ਹੈਲੋ ਸਟੂਡੈਂਟ, ਅੱਜ ਆਪਾਂ ਅਖਤਰ ਕਹਾਣੀ ਕਰਨ ਜਾ ਰਹੇ ਹਾਂ। ਇਹ ਜਿਹੜੀ ਕਹਾਣੀ ਹੈ, ਇੱਕ ਅਖਤਰ ਨਾਂ ਦਾ ਬੱਚਾ ਹੈ ਜੋ ਕਿ ਢਾਬੇ 'ਤੇ ਕੰਮ ਕਰਦਾ ਹੈ। ਉਹ ਢਾਬੇ 'ਤੇ ਕਿਉਂ ਕੰਮ ਕਰਦਾ ਹੈ? ਕਿਉਂਕਿ ਉਸ ਦੀ ਮਜਬੂਰੀ ਹੈ। ਉਸ ਦੇ ਜਿਹੜੇ ਪਿਤਾ ਜੀ ਹਨ, ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ ਦੋ ਛੋਟੀਆਂ-ਛੋਟੀਆਂ ਭੈਣਾਂ ਹਨ ਜੋ ਕਿ ਉਸ ਦੀ ਜ਼ਿੰਮੇਵਾਰੀ ਹੈ। ਅਤੇ ਉਸ ਦੀ ਜਿਹੜੀ ਮਾਤਾ ਹੈ, ਉਹ ਵਿਚਾਰੀ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਇਸ ਕਰਕੇ ਅਖਤਰ ਜਿਹੜਾ ਬੱਚਾ ਹੈ, ਉਹ ਪੜ੍ਹਨ ਦੀ ਬਜਾਏ ਢਾਬੇ 'ਤੇ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਇਸ ਕਹਾਣੀ ਵਿੱਚ ਇੱਕ ਹਰਸ਼ ਮਾਸੀ ਹੈ ਜੋ ਕਿ ਬੱਚਿਆਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜਿਹੜੇ ਬੱਚੇ ਢਾਬੇ 'ਤੇ ਕੰਮ ਕਰ ਰਹੇ ਹਨ ਜਾਂ ਗਰੀਬ ਬੱਚੇ ਹੁੰਦੇ ਹਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਹੋਟਲ ਵਿੱਚ ਵਧੀਆ ਖਾਣੇ ਖਾਣ ਨਾਲ ਜਿਹੜੇ ਹੋਟਲ ਦੇ ਕੰਮ ਕਰਦੇ ਲੋਕ ਨੇ ਉਹ ਵਧੀਆ ਹੁੰਦੇ ਹਨ, ਪਰ ਜਿਹੜੇ ਢਾਬੇ 'ਤੇ ਕੰਮ ਕਰਦੇ ਹਨ ਕਿ ਉਹਨਾਂ ਦਾ ਖਾਣਾ ਵੀ ਵਧੀਆ ਨਹੀਂ ਹੁੰਦਾ ਅਤੇ ਜਿਹੜੇ ਉੱਥੋਂ ਦੇ ਕੰਮ ਕਰਨ ਵਾਲੇ ਲੋਕ ਹਨ ਉਹ ਵੀ ਸਾਫ਼ ਸੁਥਰੇ ਨਹੀਂ ਹੁੰਦੇ। ਇਹ ਚੀਜ਼ ਸਮਝਾਉਣ ਵਾਸਤੇ ਹਰਸ਼ ਹੈ ਮਾਸੀ ਹੈ ਜਿਹੜੀ, ਉਹ ਬੱਚਿਆਂ ਨੂੰ ਹੋਟਲ ਖਾਣਾ ਖਵਾਉਣ ਦੀ ਜਗ੍ਹਾ 'ਤੇ ਢਾਬੇ 'ਤੇ ਖਾਣਾ ਖਵਾਉਣ ਵਾਸਤੇ ਲੈ ਕੇ ਜਾਂਦੀ ਹੈ। ਕਹਾਣੀ ਕੀ ਹੁੰਦੀ ਹੈ? ਸ਼ਾਮ ਦਾ ਟਾਈਮ ਹੈ। ਹਰਸ਼ ਮਾਸੀ ਕਹਿਣ ਲੱਗੀ, ਮਾਸੀ ਜੀ ਰੋਜ਼ ਘਰ ਦੀ ਰੋਟੀ ਖਾ ਖਾ ਕੇ ਅੱਕ ਗਏ ਹਾਂ, ਅੱਜ ਬਾਹਰ ਰੋਟੀ ਖਾਣ ਚੱਲੀਏ। ਸਾਰੇ ਬੱਚੇ ਇੱਕ ਇੱਕ ਕਰਕੇ ਕਹਿੰਦੇ ਹਨ। ਜਿਵੇਂ ਹੈਰੀ ਚਹਿਕ ਕੇ ਬੋਲਿਆ, ਹਾਂਜੀ ਹਾਂਜੀ ਮਜ਼ਾ ਆਵੇਗਾ ਕਿ ਵੱਡੇ ਹੋਟਲ ਵਿੱਚ ਜਾ ਕੇ ਖਾਣਾ ਸੁਆਦੀ ਖਾਣਾ ਖਾਵਾਂਗੇ। ਨਾਨੂ ਨਾਂ ਦਾ ਇੱਕ ਬੱਚਾ ਹੈ, ਉਹ ਵੀ ਕਹਿੰਦਾ ਹਾਂ ਮੈਂ ਤਾਂ ਪ੍ਰਸ਼ਾਦੇ ਖਾਣੇ ਹੈ। ਸੁੱਖੀ ਨਾਂ ਦਾ ਜਿਹੜਾ ਬੱਚਾ ਹੈ, ਉਹ ਹੱਸਦੇ ਹੋਏ ਕਹਿੰਦਾ ਗੁਰਦੁਆਰੇ ਨਹੀਂ ਚੱਲਣਾ, ਆਪਾਂ ਹੋਟਲ ਚੱਲਦੇ ਹਾਂ। ਗੁਰਪਾਲ ਨਾਂ ਦਾ ਮਾਸਟਰ ਜੀ ਹਨ ਜੋ ਕਿ ਕਹਿੰਦੇ ਹਨ ਕਿ ਇਹ ਤਾਂ ਪਹਿਲਾਂ ਹੀ ਤਿਆਰੀ ਕੱਸੇ ਬੈਠੇ ਹਨ, ਚਲੋ ਪੁੱਛਣ ਦਾ ਤਾਂ ਬਹਾਨਾ ਹੀ ਹੈ, ਚਲੋ ਚੱਲਦੇ ਹਾਂ। ਪਰ ਮਾਸੀ ਕਹਿੰਦੇ ਨੇ ਕਿ ਅੱਜ ਆਪਾਂ ਹੋਟਲ 'ਚ ਨਹੀਂ ਜਾਵਾਂਗੇ, ਇੱਕ ਢਾਬੇ 'ਤੇ ਰੋਟੀ ਖਾਣ ਜਾਵਾਂਗੇ। ਸਾਰੇ ਬੱਚਿਆਂ ਦੇ ਜਿਹੜੇ ਮੂੰਹ ਹੈ ਉਹ ਲਟਕ ਜਾਂਦੇ ਹਨ। ਉਹ ਇਹ ਸੋਚਦੇ ਹਨ ਕਿ ਹੋਟਲ ਦੀ ਜਗ੍ਹਾ 'ਤੇ ਢਾਬੇ ਦਾ ਜਿਹੜਾ ਖਾਣਾ ਹੈ ਉਹਦੇ ਤੋਂ ਬਹੁਤ ਮੱਖੀਆਂ ਆਉਂਦੀਆਂ ਹਨ ਕਿ ਉਹਨਾਂ ਨੇ ਉਹ ਖਾਣਾ ਨਹੀਂ ਖਾਣਾ। ਗੁਰਪਾਲ ਮਾਸਟਰ ਜੀ ਨੇ ਵੀ ਪੁੱਛਿਆ ਕਿ ਹਰਸ਼ ਭਲਾ ਅੱਜ ਢਾਬੇ ਦੀ ਗੱਲ ਹੈ ਤੇਰੇ ਮਨ ਵਿੱਚ ਕਿਵੇਂ ਆਈ? ਤਾਂ ਹਰਸ਼ ਮਾਸੀ ਨੇ ਕਿਹਾ ਕਿ ਕੋਈ ਖਾਸ ਗੱਲ ਹੈ ਜਿਸ ਕਰਕੇ ਮੈਂ ਕਹਿ ਰਹੀ ਹਾਂ ਕਿ ਆਪਾਂ ਢਾਬੇ 'ਤੇ ਰੋਟੀ ਖਾਣ ਜਾਓ। ਮਾਸਟਰ ਜੀ ਸਮਝ ਗਏ ਕਿ ਕੋਈ ਨਾ ਕੋਈ ਜ਼ਰੂਰ ਗੱਲ ਹੋਣੀ ਹੈ ਕਿ ਜੋ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹੈ। ਇਸ ਕਰਕੇ ਮਾਸਟਰ ਜੀ ਨੇ ਮਾਸੀ ਦੀ ਗੱਲ ਮੰਨ ਲਈ ਅਤੇ ਬੱਚਿਆਂ ਨੂੰ ਕਿਹਾ ਕਿ ਹਾਂਜੀ ਚਲੋ ਅੱਜ ਆਪਾਂ ਢਾਬੇ 'ਤੇ ਰੋਟੀ ਖਾਣ ਚਲਾਂਗੇ। ਬੱਚੇ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਸਨ, ਤਾਂ ਉਹਨਾਂ ਨੇ ਲਾਲਚ ਦਿੱਤਾ ਕਿ ਹਾਂਜੀ ਰੋਟੀ ਤੋਂ ਬਾਅਦ ਜਿਹੜੀ ਮਾਸੀ ਹੈ ਉਹ ਸਾਰਿਆਂ ਨੂੰ ਵਧੀਆ ਕਹਾਣੀ ਸੁਣਾਏਗੀ। ਇਸ ਤੋਂ ਬਾਅਦ ਜਿਹੜੇ ਮਾਸਟਰ ਜੀ ਹਨ ਉਹ ਉਹਨਾਂ ਨੂੰ ਆਈਸਕ੍ਰੀਮ ਖਵਾ ਕੇ ਲੈ ਕੇ ਆਉਣਗੇ। ਉਹ ਇਸ ਤਰ੍ਹਾਂ ਕਹਿ ਰਹੇ ਸਨ, ਲਾਲਚ ਕਿਉਂ ਦੇ ਰਹੇ ਸਨ? ਕਿਉਂਕਿ ਬੱਚੇ ਆ ਜਿਹੜੇ ਉਹ ਢਾਬੇ 'ਤੇ ਰੋਟੀ ਖਾਣ ਵਾਸਤੇ ਤਿਆਰ ਹੋ ਜਾਣ। ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਹਾਂਜੀ ਕਹਾਣੀ ਵੀ ਸੁਣ ਲਵਾਂਗੇ ਪਰ ਅਸੀਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਂਗੇ। ਇਸ ਤਰ੍ਹਾਂ ਬੱਚਿਆਂ ਦਾ ਮਨ ਤਾਂ ਨਹੀਂ ਸੀ, ਪਰ ਫਿਰ ਵੀ ਉਹ ਉਹਨਾਂ ਦੇ ਨਾਲ ਚਲੇ ਗਏ। ਜਦੋਂ ਉਹ ਢਾਬੇ 'ਤੇ ਜਾ ਕੇ ਬੈਠੇ ਤਾਂ ਮੇਜ਼ ਦੇ ਦੁਆਲੇ ਬੈਠੇ ਇੱਕ ਛੋਟਾ ਜਿਹਾ ਬੱਚਾ ਸਾਰੀਆਂ ਪਲੇਟਾਂ ਰੱਖ ਕੇ ਔਡਰ ਲੈ ਰਿਹਾ ਸੀ। ਉਸ ਬੱਚੇ ਨੂੰ ਕੋਈ ਅੱਖੂ ਕਹਿ ਰਿਹਾ ਸੀ, ਕੋਈ ਮੁੰਡੂ ਕਹਿ ਰਿਹਾ ਸੀ, ਕੋਈ ਅੱਖੀ ਕਹਿ ਕੇ ਆਵਾਜ਼ਾਂ ਮਾਰ ਰਿਹਾ ਸੀ। ਹਰਸ਼ ਮਾਸੀ ਨੇ ਉਸ ਬੱਚੇ ਵੱਲ ਇਸ਼ਾਰਾ ਕਰਕੇ ਕਿਹਾ, ਬੇਟਾ ਸਾਡਾ ਵੀ ਆਰਡਰ ਲੈ ਜਾ। ਤਾਂ ਸਾਰੇ ਜਿਹੜੇ ਬੱਚੇ ਹਨ ਉਹ ਹੈਰਾਨ ਹੁੰਦੇ ਹਨ ਅਤੇ ਜਿਹੜਾ ਨਾਨੂ ਨਾਂ ਦਾ ਬੱਚਾ ਹੈ ਉਹ ਬੁੱਲ ਟੇਰਦਾ ਹੋਇਆ ਕਹਿੰਦਾ ਹੈ ਕਿ ਇਹ ਤਾਂ ਗੰਦਾ ਬੱਚਾ, ਤੁਸੀਂ ਇਸ ਨੂੰ ਬੇਟਾ ਕਿਉਂ ਕਿਹਾ? ਹਰਸ਼ ਮਾਸੀ ਨੇ ਨਾਨੂ ਨੂੰ ਗੋਦ ਵਿੱਚ ਲੈਂਦੇ ਹੋਏ ਪਿਆਰ ਨਾਲ ਕਿਹਾ ਅਤੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਆਰਡਰ ਲੈਣ ਆਇਆ ਜਿਹੜਾ ਬੱਚਾ ਹੈ ਉਸਨੇ ਕਿਹਾ ਕਿ ਬੀਬੀ ਜੀ ਕੀ ਖਾਓਗੇ? ਆਰਡਰ ਦੇਣ ਤੋਂ ਪਹਿਲਾਂ ਹਰਸ਼ ਮਾਸੀ ਨੇ ਪੁੱਛਿਆ ਕਿ ਕਾਕਾ ਤੇਰਾ ਨਾਮ ਕੀ ਹੈ? ਅੱਖੀ ਉਸਨੇ ਬੋਲਿਆ ਕਿ ਅੱਖੀ ਹੈ। ਉਹ ਕਹਿੰਦਾ ਮਾਸੀ ਨੇ ਕਿਹਾ ਕਿ ਤੇਰਾ ਪੂਰਾ ਨਾਮ ਕੀ ਹੈ? ਕਹਿੰਦਾ ਜੀ ਉਹ ਤਾਂ ਮੈਂ ਭੁੱਲ ਹੀ ਗਿਆ ਕਿਉਂਕਿ ਸਾਰੇ ਜਿਹੜੇ ਨੇ ਇੱਥੇ ਮੈਨੂੰ ਕਦੇ ਅੱਖੀ ਬੋਲ ਆਉਂਦੇ ਹਨ, ਕਦੇ ਮੁੰਡੂ ਕਹਿ ਕੇ ਬੁਲਾਉਂਦੇ ਆ, ਕਿ ਮੇਰਾ ਜਿਹੜਾ ਪੱਕਾ ਨਾਮ ਹੈ ਉਹ ਤਾਂ ਮੈਨੂੰ ਯਾਦ ਹੀ ਨਹੀਂ ਰਹਿੰਦਾ। ਹਾਂ ਮਾਂ ਹੈ ਕਦੇ ਕਦਾਈ ਮੈਨੂੰ ਅਖਤਰ ਕਹਿ ਕੇ ਬੁਲਾ ਲੈਂਦੀ ਹੈ। ਫਿਰ ਉਹ ਮਾਸੀ ਨੇ ਉਸਨੂੰ ਅੱਖੂ ਕਹਿਣ ਦੀ ਬਜਾਏ ਕਿਹਾ, ਅਖਤਰ ਪੁੱਤਰ ਜਾਂ ਦਾਲ ਅਤੇ ਪਨੀਰ ਲੈ ਕੇ ਆ। ਗੁਰਪਾਲ ਮਾਸਟਰ ਜੀ ਵੀ ਬੋਲੇ। ਅਖਤਰ ਬੜੇ ਹੈਰਾਨੀ ਨਾਲ ਅਤੇ ਪਿਆਰ ਨਾਲ ਭਰੇ ਲਹਿਜੇ ਨਾਲ ਬੋਲਿਆ, ਅੱਛਾ ਜੀ ਹਾਂਜੀ। ਝੱਟ ਉਹ ਜਲਦੀ ਪਲੇਟਾਂ ਕੋਲੀਆਂ ਲੈ ਆਇਆ। ਫਿਰ ਉਹਨਾਂ ਨੇ ਪੁੱਛਿਆ ਕਿ ਅਖਤਰ ਬੱਚੇ ਤੂੰ ਸਕੂਲ ਕਿਉਂ ਨਹੀਂ ਜਾਂਦਾ? ਤਾਂ ਉਸਨੇ ਕਿਹਾ ਕਿ ਮੇਰੇ ਕੋਲ ਪੈਸੇ ਹੀ ਨਹੀਂ ਹੈ ਕਿ ਜਿਹੜਾ ਮੈਂ ਸਕੂਲ ਜਾਵਾਂ, ਕਿਉਂਕਿ ਮੇਰੀਆਂ ਦੋ ਛੋਟੀਆਂ ਭੈਣਾਂ ਹਨ, ਮਾਂ ਹੈ ਜਿਹੜੀ ਮੇਰੀ ਭਾਂਡੇ ਮਾਂਜਦੀ ਹੈ ਅਤੇ ਮੇਰੇ ਸਿਰ ਦੇ ਉੱਪਰ ਪੂਰੀ ਜ਼ਿੰਮੇਵਾਰੀ ਹੈ, ਪੈਸੇ ਦੀ ਲੋੜ ਬਹੁਤ ਹੈ।
ਪੜ੍ਹਨ ਵਾਸਤੇ ਤਾਂ ਮੈਨੂੰ ਵੇਲ ਹੀ ਨਹੀਂ ਹੈ, ਮਤਲਬ ਮੇਰੇ ਕੋਲ ਕੋਈ ਟਾਈਮ ਹੀ ਨਹੀਂ ਹੈ। ਇੰਨਾ ਕਹਿ ਕੇ ਉਹ ਹੋਰ ਮੇਜ਼ਾਂ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਉੱਧਰ ਭੱਜ ਕੇ ਚਲਾ ਜਾਂਦਾ ਹੈ। ਕਿਸੇ ਨੂੰ ਪਾਣੀ ਦਿੰਦਾ ਹੈ, ਕਿਸੇ ਨੂੰ ਤੰਦੂਰੀ ਰੋਟੀ ਦਿੰਦਾ ਹੈ। ਇਸ ਤਰ੍ਹਾਂ ਫਿਰ ਉਹ ਉਸੇ ਮੇਜ਼ 'ਤੇ ਆ ਗਿਆ। ਇੱਧਰ ਉੱਧਰ ਅੱਖਾਂ ਵਿੱਚ ਉਹਦੀ ਜਿਹੜੀ ਅਲੱਗ ਹੀ ਚਮਕ ਹੁੰਦੀ ਹੈ। ਗੁਰਪਾਲ ਮਾਸਟਰ ਜੀ ਕਹਿੰਦੇ ਨੇ, ਬੱਚਿਓ ਧਿਆਨ ਕਰੋ। ਅੱਖੋਂ ਮੇਜ਼ ਕੋਲ ਆਉਂਦੇ ਸਰ ਬੋਲਿਆ, ਹੋਰ ਕੀ ਲਿਆਵਾਂ ਸਾਹਿਬ ਜੀ? ਤੰਦੂਰੀ ਪਰਾਠਾ ਲਿਆਵਾਂ, ਖਾ ਕੇ ਵੇਖੋ, ਬਹੁਤ ਹੀ ਸਵਾਦ ਹੈ। ਅਵੀ ਨੇ ਕਿਹਾ, ਅਵੀ ਜਿਹੜਾ ਬੱਚਾ ਹੈ ਉਹਨੇ ਕਿਹਾ ਕਿ ਤੂੰ ਕਦੇ ਖਾਧਾ? ਉਹ ਵਿਚਾਰਾ ਸਿਰ ਝੁਕਾ ਕੇ ਬੋਲਿਆ, ਨਹੀਂ ਜੀ ਮੈਂ ਨਹੀਂ ਖਾਧਾ, ਕਿ ਪਰ ਸਾਰੇ ਲੋਕ ਇਸ ਨੂੰ ਪਸੰਦ ਕਰਦੇ ਨੇ, ਇਸ ਕਰਕੇ ਮੈਂ ਤੁਹਾਨੂੰ ਕਿਹਾ ਹੈ ਕਿ ਉਹ ਵਾਲਾ ਪਰੌਂਠਾ ਲਿਆਓ। ਸੁੱਖੀ ਨੇ ਕਿਹਾ, ਜੇ ਤੁਸੀਂ ਆਪ ਹੀ ਨਹੀਂ ਖਾਂਦਾ ਫਿਰ ਤੁਹਾਨੂੰ ਕੀ ਪਤਾ ਹੈ ਕਿ ਇਹ ਸਵਾਦ ਹੋਵੇਗਾ। ਪੁੱਤਰ, ਗਰੀਬੀ ਬੰਦੇ ਨੂੰ ਕੁਝ ਕਿਸੇ ਜੋਗਾ ਨਹੀਂ ਛੱਡਦੀ। ਤੁਸੀਂ ਕਿਸਮਤ ਵਾਲੇ ਹੋ ਕਿ ਤੁਹਾਡੇ ਮਾਂ ਪਿਓ ਕੋਲ ਪੈਸੇ ਹਨ, ਪਰ ਇਹ ਜਿਹੜਾ ਗਰੀਬ ਹੈ ਇਹਦੀ ਜ਼ਿੰਦਗੀ ਇੰਨੀ ਜ਼ਿਆਦਾ ਔਖੀ ਲੰਘਦੀ ਹੈ ਕਿ ਇਸ ਕੋਲ ਖਾਣ ਦਾ ਤਾਂ ਟਾਈਮ ਹੀ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਖਾਵੇ, ਨਾ ਹੀ ਇਹਦੇ ਕੋਲ ਪੈਸੇ ਹੁੰਦੇ ਹਨ। ਹਰਸ਼ ਮਾਸੀ ਨੇ ਕਿਹਾ ਕਿ ਬੱਚੇ, ਇਹੀ ਚੀਜ਼ ਦਿਖਾਉਣ ਵਾਸਤੇ ਮੈਂ ਤੁਹਾਨੂੰ ਇੱਥੇ ਲੈ ਕੇ ਆਈ ਹਾਂ ਕਿ ਜਿਹੜੇ ਗਰੀਬ ਲੋਕ ਹੁੰਦੇ ਹਨ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਿੰਨੀ ਔਖੀ ਗੁਜ਼ਰਦੀ ਹੈ। ਨਾਨੂ ਨੇ ਕਿਹਾ ਕਿ ਤੇਰੇ ਪਾਪਾ ਕਿੱਥੇ ਹਨ? ਇੰਨਾ ਕਹਿ ਕੇ ਪਾਣੀ ਪਾਉਂਦੇ ਉਹਦੀਆਂ ਜਿਹੜੀਆਂ ਅੱਖਾਂ ਪਾਣੀ ਨਾਲ ਭਰ ਗਈਆਂ, ਮਤਲਬ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਜਿਹੜਾ ਮੇਰਾ ਬਾਪ ਸੀ ਉਹ ਸ਼ਰਾਬ ਪੀ ਪੀ ਕੇ ਮਰ ਗਿਆ ਅਤੇ ਹੁਣ ਤਾਂ ਸਾਡੇ ਕੋਲ ਕੋਈ ਆਪਣਾ ਘਰ ਵੀ ਨਹੀਂ ਰਿਹਾ। ਨਾਨੂ ਬੱਚਾ, ਉਹਦੀਆਂ ਅੱਖਾਂ 'ਚ ਸੁਣ ਕੇ ਹੰਝੂ ਆ ਗਏ। ਉਸਨੇ ਕਿਹਾ ਕਿ ਤੂੰ ਸਾਡੇ ਘਰ ਆ ਜਾ, ਆਪਾਂ ਇਕੱਠੇ ਖੇਡਾਂਗੇ। ਹੌਲੀ ਹੌਲੀ ਜਿਹੜੇ ਬੱਚੇ ਹੈ ਉਹ ਉਸਦੀਆਂ ਗੱਲਾਂ ਸੁਣ ਕੇ ਉਹਨਾਂ ਦਾ ਜਿਹੜਾ ਦਿਲ ਪਿਘਲਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਵੀ ਮਤਲਬ ਪਿਆਰ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਅੱਖਾਂ ਦੇ ਹੰਝੂ ਅੰਦਰ ਪੀਂਦੇ ਹੋਏ ਅੱਖੂ ਨੇ ਮੁਸਕਰਾਉਣ ਦਾ ਯਤਨ ਕੀਤਾ, ਨਹੀਂ ਜੀ ਨਹੀਂ, ਹਾਲੇ ਤਾਂ ਰੋਟੀ ਖਾਣ ਦੀ ਵੀ ਵੇਲ ਨਹੀਂ, ਖੇਡਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਮੇਰੇ ਕੋਲ ਤਾਂ ਇੰਨਾ ਕੰਮ ਹੈ ਕਿ ਮੇਰੇ ਕੋਲ ਤਾਂ ਰੋਟੀ ਖਾਣ ਦੀ ਵੀ ਵੇਲ ਨਹੀਂ, ਖੇਡੂੰਗਾ ਮੈਂ ਕਿੱਥੋਂ। ਇੰਨਾ ਕਹਿੰਦੇ ਅੱਖੂ ਭੱਜ ਕੇ ਗਲਾਸ ਧੋਣ ਤੁਰ ਪੈਂਦਾ ਹੈ। ਮਾਸੀ ਜੀ, ਮੈਂ ਇਹਨਾਂ ਨੂੰ ਆਪਣੇ ਖਿਡੌਣੇ ਦਿਆਂਗਾ, ਨਾਨੂ ਨੇ ਕਿਹਾ। ਅਤੇ ਹੈਰੀ ਬੋਲਿਆ ਕਿ ਮੈਂ ਆਪਣੀ ਪਿਛਲੀ ਕਲਾਸ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਦੇ ਦਿਆਂਗਾ। ਆਹੋ ਜੀ, ਤੇਰਾ ਤਾਂ ਮਸਾਂ ਕਿਤਾਬਾਂ ਤੋਂ ਖਹਿੜਾ ਛੁੱਟਿਆ, ਤੂੰ ਤਾਂ ਹੁਣ ਕਲਾਸ ਦੀਆਂ ਕਿਤਾਬਾਂ ਵੀ ਦੇ ਦੇਂਗਾ, ਹਿੱਤੀ ਨੇ ਟਿਚਕਰ ਕਰਦਿਆਂ ਹੋਇਆ ਕਿਹਾ। ਕਿ ਮਤਲਬ ਹੈਰੀ ਨੇ ਤਾਂ ਇਸ ਤਰ੍ਹਾਂ ਕਿਹਾ ਸੀ ਕਿ ਜਿਹੜੀ ਪਿਛਲੀ ਕਲਾਸ ਦੀਆਂ ਕਿਤਾਬਾਂ ਮੈਂ ਉਸਨੂੰ ਪੜ੍ਹਨ ਵਾਸਤੇ ਦੇ ਦਾਂਗਾ, ਪਰ ਹਿੱਤੀ ਨੇ ਉਸ ਨੂੰ ਕਮੈਂਟ ਕਰਦੇ ਹੋਏ ਕਿਹਾ ਕਿ ਹਾਂ ਤੇਰਾ ਤਾਂ ਕਿਤਾਬਾਂ ਤੋਂ ਖਹਿੜਾ ਛੁੱਟੇਗਾ, ਇਸ ਕਰਕੇ ਤੂੰ ਉਸਨੂੰ ਕਿਤਾਬਾਂ ਦੇਣਾ ਚਾਹੁੰਦਾ ਹੈ। ਫਿਰ ਹੌਲੀ ਹੌਲੀ ਜਿਹੜੇ ਮਾਸੀ ਮਾਸਟਰ ਨੇ ਉਹਨਾਂ ਨੂੰ ਸਮਝਾਉਂਦੇ ਹਨ ਕਿ ਬੱਚਿਓ, ਕਿਸਮਤ ਦੀਆਂ ਗੱਲਾਂ ਨੇ ਕਿ ਕੋਈ ਕਿੱਥੇ ਜੰਮਦਾ ਹੈ। ਤੁਹਾਡੇ ਵਿੱਚੋਂ ਵੀ ਕੋਈ ਐਸੇ ਘਰ ਜੰਮ ਸਕਦਾ ਸੀ ਜਿੱਥੇ 2 ਵੇਲੇ ਦੀ ਰੋਟੀ ਨਸੀਬ ਵੀ ਨਹੀਂ ਹੁੰਦੀ ਸੀ, ਪਰ ਤੁਹਾਨੂੰ ਜੀ ਇਹ ਦਿਨ ਰਾਤ ਕੰਮ ਕਰਨਾ ਪੈਂਦਾ ਤਾਂ ਕੀ ਕਰਦੇ। ਮਾਸਟਰ ਜੀ ਨੇ ਸਮਝਾਇਆ ਕਿ ਤੁਹਾਡੀ ਜਿਹੜੀ ਹਰਸ਼ ਮਾਸੀ ਹੈ ਅੱਜ ਤੁਹਾਨੂੰ ਇੱਥੇ ਇਸ ਕਰਕੇ ਲੈ ਕੇ ਆਈ ਹੈ ਤਾਂ ਜੋ ਤੁਸੀਂ ਗਰੀਬ ਬੱਚਿਆਂ ਬਾਰੇ ਜਾਣ ਸਕੋ ਅਤੇ ਉਹਨਾਂ ਦੀ ਜਿਹੜੀ ਮਦਦ ਹੈ ਕਰਨੀ ਸਿੱਖ ਸਕੋ ਕਿ ਉਹਨਾਂ ਦੀ ਮਦਦ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਇੰਨੇ ਨੇ ਅੱਖੂ ਫਿਰ ਰੋਟੀ ਲੈ ਕੇ ਆਇਆ ਅਤੇ ਬੜੇ ਚਾਅ ਨਾਲ ਉਸਨੇ ਬੜੇ ਮੇਜ਼ ਦੇ ਉੱਤੇ ਰੱਖ ਦਿੱਤੀ। ਉਸਨੇ ਸੁੱਖੀ ਨੇ ਉਹਨੂੰ ਕਿਹਾ ਕਿ ਰੋਟੀ ਤੂੰ ਵੀ ਖਾ ਲੈ, ਤਾਂ ਉਹਨੇ ਕਿਹਾ, ਨਹੀਂ ਦੀਦੀ, ਜੇ ਮਾਲਕ ਨੇ ਮੈਨੂੰ ਰੋਟੀ ਖਾਂਦੇ ਦੇਖਿਆ ਤਾਂ ਉਹ ਮੈਨੂੰ ਬਹੁਤ ਕੁੱਟੇਗਾ, ਬਹੁਤ ਮਾਰੇਗਾ। ਰਾਤ ਨੂੰ 11 ਵਜੇ ਭਾਂਡੇ ਧੋਣ ਤੋਂ ਬਾਅਦ ਹੀ ਮੈਂ ਰੋਟੀ ਖਾਵਾਂਗਾ। ਅਖਤਰ ਜਿਹੜਾ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਹੈ। ਬੱਚੇ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਮਾਸੀ ਜੀ ਇਹ ਤਾਂ ਬਹੁਤ ਜ਼ੁਲਮ ਹੈ, ਵਿਚਾਰਾ ਇੰਨਾ ਕੰਮ ਵੀ ਕਰਦਾ ਹੈ ਕਿ ਜੇ ਉਹਨੂੰ ਮਿਹਨਤ ਦੀ ਰੋਟੀ ਵੀ ਨਾ ਮਿਲੀ ਤਾਂ ਉਹ ਕੀ ਕਰੇਗਾ, ਵੱਧ ਤੋਂ ਵੱਧ ਚੋਰੀ ਚਕਾਰੀ ਕਰੇਗਾ, ਫਿਰ ਉਹ ਵਿਗੜ ਜਾਏਗਾ। ਪਰ ਉਹ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਸਦੀਆਂ ਛੋਟੀਆਂ ਭੈਣਾਂ ਨੇ, ਉਸਦੀ ਮਾਂ ਦੀ ਜ਼ਿੰਮੇਵਾਰੀ ਹੈ, ਇਸ ਕਰਕੇ ਉਹ ਉਹਨਾਂ ਦਾ ਢਿੱਡ ਭਰਨ ਲਈ ਸਾਰਾ ਦਿਨ ਦਿਹਾੜੀ 'ਤੇ ਕੰਮ ਕਰਦਾ ਹੈ। ਰੋਟੀ ਖਵਾਉਂਦੇ ਅਖਤਰ ਕਿੰਨੀ ਵਾਰ ਹੋਰ ਆਰਡਰ ਲੈਣ ਲਈ ਆਉਂਦਾ ਰਿਹਾ। ਆਖਿਰ ਬਿੱਲ ਲੈ ਕੇ ਆਏ ਗੁਰਪਾਲ ਮਾਸਟਰ ਜੀ ਨੇ ਉਸਨੂੰ ਬੱਚੇ ਨੂੰ ਕਿਹਾ, ਆਹ ਲੈ 200 ਰੁਪਏ ਤੇਰੀ ਟਿਪ ਹੈ, ਇਹਨਾਂ ਨੂੰ ਅਲੱਗ ਰੱਖ ਲੈ, ਬਾਕੀ ਪੈਸੇ ਬਿੱਲ ਵਾਲੇ ਆਪਣੇ ਮਾਲਕ ਨੂੰ ਦੇ। ਜਦੋਂ ਅਖਤਰ ਨੇ ਉਹਨਾਂ ਪੈਸਿਆਂ ਨੂੰ ਦੇਖਿਆ ਤਾਂ ਉਸਨੇ ਕਿਹਾ ਕਿ ਹਾਂ, ਇਹ ਪੈਸਿਆਂ ਦੀ ਮੈਂ ਆਪਣੀ ਛੋਟੀ ਭੈਣ ਨੂੰ ਜੁੱਤੀ ਲੈ ਕੇ ਦਿਆਂਗਾ, ਕਈ ਮਹੀਨਿਆਂ ਤੋਂ ਨੰਗੇ ਪੈਰੀ ਫਿਰਦੀ ਹੈ, ਉਸਦੀ ਚੱਪਲ ਵੀ ਟੁੱਟ ਗਈ ਹੈ ਅਤੇ ਉਸਦੀ ਚੱਪਲ ਖਰੀਦਣ ਵਾਸਤੇ ਹੀ ਮੇਰੇ ਕੋਲ ਪੈਸੇ ਨਹੀਂ। ਇੰਨਾ ਸੁਣਦੇ ਹੋਏ ਸਾਰੇ ਬੱਚੇ ਆ ਜਿਹੜੇ ਅੱਖਾਂ ਉਹਨਾਂ ਦੀਆਂ ਨਮ ਹੋ ਗਈਆਂ ਕਿ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪਰ ਇਹ ਗਲੇ ਨਾਲ ਸੁੱਖੀ ਬੋਲੀ, ਮਾਸੀ ਜੀ ਅੱਜ ਪਹਿਲੀ ਵਾਰ ਅਹਿਸਾਸ ਹੋਇਆ ਕਿ ਗਰੀਬੀ ਕੀ ਹੁੰਦੀ ਹੈ। ਮਾਸੀ ਸਮਝਾਉਂਦੀ ਹੈ ਕਿ ਬੱਚੇ, ਇਸੇ ਕਰਕੇ ਤੁਹਾਨੂੰ ਮੈਂ ਇੱਥੇ ਲੈ ਕੇ ਆਈ ਹਾਂ
कि तुहानूं ਇਹ ਚੀਜ਼ ਦਾ ਅਹਿਸਾਸ ਹੋਵੇ ਕਿ ਗਰੀਬ ਤੇ ਗਰੀਬਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਿਸ ਤਰ੍ਹਾਂ ਹੁੰਦੀ ਹੈ। ਤਾਂ ਬੱਚੇ ਕਹਿੰਦੇ ਨੇ ਕਿ ਹੁਣ ਸਾਨੂੰ ਸਮਝ ਆ ਗਿਆ, ਤੁਸੀਂ ਸਾਨੂੰ ਬਹੁਤ ਚੰਗਾ ਕੀਤਾ ਕਿ ਤੁਸੀਂ ਇੱਥੇ ਲੈ ਕੇ ਆਏ, ਕਿ ਸਾਨੂੰ ਇਹਨਾਂ ਦੇ ਪਤਾ ਚੱਲਿਆ ਕਿ ਜਿਹੜਾ ਗਰੀਬ ਹੈ ਉਹਦੇ ਜਿਹੜੇ ਪਾਟੇ ਕੱਪੜੇ ਆ ਉਹ ਬੰਦੇ ਨੂੰ ਗੰਦਾ ਨਹੀਂ ਕਹਾਉਣਗੇ। ਉਹ ਕਹਿੰਦੀ ਹੈ ਕਿ ਜੇ ਅੱਜ ਤੋਂ ਬਾਅਦ ਮੈਂ ਕਿਸੇ ਪਾਟੇ ਹੋਏ ਕੱਪੜੇ ਦੇਖੂੰਗੀ ਤਾਂ ਉਸਨੂੰ ਗਰੀਬ ਨਹੀਂ ਕਹਾਂਗੀ, ਮੈਂ ਉਹਨਾਂ ਦੀ ਮਦਦ ਕਰਾਂਗੀ। ਮੇਰੀ ਮੰਮੀ ਨੇ ਆਹ 200 ਰੁਪਏ ਮੈਨੂੰ ਖਰਚ ਕਰਨ ਲਈ ਦਿੱਤੇ ਸੀ, ਮਾਸੀ ਜੀ ਇਹ ਪੈਸੇ ਵੀ ਤੁਸੀਂ ਅਖਤਰ ਨੂੰ ਦੇ ਦਿਓ, ਇਹ ਆਪਣੇ ਭੈਣਾਂ ਨੂੰ ਵੀ ਪਰੌਂਠੇ ਖਵਾਏਗਾ ਅਤੇ ਆਪ ਵੀ ਖਾ ਲਵੇਗਾ। ਅਵੀ ਨੇ ਵੀ ਭਰੇ ਗਲੇ ਨਾਲ ਕਿਹਾ। ਉਸਨੇ ਕਿਹਾ ਕਿ ਜ਼ਰੂਰ ਬੇਟਾ ਦਿਓ, ਜ਼ਿੰਦਗੀ ਦਾ ਇਹੀ ਸਬਕ ਸਿਖਾਉਣ ਲਈ ਤੁਹਾਨੂੰ ਮੈਂ ਇੱਥੇ ਲੈ ਕੇ ਆਈ ਹਾਂ, ਪਰ ਇੱਕ ਸ਼ਰਤ ਹੈ ਕਿ ਪੈਸੇ ਦੇਣ ਲੱਗਿਆ ਅਖਤਰ ਨੂੰ ਵੀਰ ਕਹਿ ਕੇ ਬੁਲਾਉਣਾ ਪਏਗਾ। ਕਿ ਮਤਲਬ ਤੁਸੀਂ ਉਸਨੂੰ ਗਲਤ ਨਜ਼ਰ ਨਾਲ ਨਹੀਂ ਦੇਖੋਗੇ ਕਿ ਉਹ ਗਰੀਬ ਹੈ, ਉਸਨੂੰ ਉਸ ਨਜ਼ਰ ਨਾਲ ਨਹੀਂ ਕਿ ਉਸਨੂੰ ਭਰਾ ਬਣਾ ਕੇ ਬੁਲਾਓਗੇ। ਫਿਰ ਵੇਖੀ ਕਮਾਲ, ਹਰਸ਼ ਮਾਸੀ ਨੇ ਅਵੀ ਨੇ ਸਿਰ ਪਲੂਸਦਿਆਂ ਕਿਹਾ। ਅਵੀ ਨੇ ਆਵਾਜ਼ ਮਾਰੀ, ਅਖਤਰ ਵੀਰੇ ਆਹ ਲੈ ਨਿੱਕੀ ਜੀ ਸੌਗਾਤ। ਅਖਤਰ ਭੱਜਦਾ ਹੋਇਆ ਆਇਆ ਅਤੇ ਪੈਸੇ ਦੇ ਕੇ ਰੋਣ ਲੱਗ ਪਿਆ। ਕਹਿਣ ਲੱਗਿਆ, ਗਰੀਬੀ ਨੇ ਮੈਨੂੰ ਇੰਨਾ ਰੁਲਾ ਦਿੱਤਾ, ਇੰਨਾ ਤਾਂ ਮੈਂ ਆਪਣੇ ਪਿਓ ਦੀ ਮੌਤ 'ਤੇ ਵੀ ਨਹੀਂ ਰੋਇਆ, ਕਿ ਪਰ ਜਿਹੜਾ ਅੱਜ ਤੁਹਾਡੇ ਪਿਆਰ ਨੇ ਮੈਨੂੰ ਰੁਲਾ ਦਿੱਤਾ, ਮੈਂ ਜ਼ਿੰਦਗੀ ਭਰ ਤੁਹਾਨੂੰ ਨਹੀਂ ਭੁਲਾ ਸਕਾਂਗਾ ਅਤੇ ਪਰਮਾਤਮਾ ਤੁਹਾਡਾ ਸਭ ਦਾ ਭਲਾ ਕਰੇ। ਇਹ ਜਿਹੜੇ ਬੋਲ ਨੇ ਅਖਤਰ ਨੇ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਕਹੇ। ਸਾਰੇ ਬੱਚੇ ਵੀ ਆਪਣੀਆਂ ਅੱਖਾਂ ਭਰੀਆਂ ਹੋਈਆਂ ਘਰੇ ਵਾਪਸ ਲੈ ਗਏ। ਸਾਰਿਆਂ ਦੇ ਦਿਲ ਵਿੱਚ ਇੱਕ ਖੁਸ਼ੀ ਵੀ ਸੀ ਅਤੇ ਇੱਕ ਜ਼ਿੰਦਗੀ ਦਾ ਉਹਨਾਂ ਨੇ ਇੱਕ ਨਵਾਂ ਸਬਕ ਵੀ ਸਿੱਖਿਆ ਸੀ। ਉਹਨਾਂ ਨੇ ਘਰ ਪਹੁੰਚਦਿਆਂ ਹੀ ਹਰਸ਼ ਜਿਹੜੀ ਮਾਸੀ ਨੂੰ ਕੁੱਟ ਕੇ ਜੱਫੀ ਪਾ ਕੇ ਮਿਲੀ ਅਤੇ ਮਾਸੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿ ਅੱਜ ਦਾ ਦਿਨ ਅਸੀਂ ਜ਼ਿੰਦਗੀ ਭਰ ਯਾਦ ਰੱਖਾਂਗੇ, ਕਿ ਅੱਗੇ ਤੋਂ ਹਰ ਲੋੜਵੰਦ ਦੀ ਮਦਦ ਕਰਿਆ ਕਰਾਂਗੇ। ਫਿਰ ਮਾਸੀ ਨੇ ਸਮਝਾਇਆ ਕਿ ਬੱਚਿਓ, ਕਦੇ ਪਿਆਰ ਨਾਲ ਰਿਸ਼ਤੇ ਗੰਢੋ ਮਤਲਬ ਬਣਾਓ, ਤਿਰਸਕਾਰ ਨਾ ਕਰੋ, ਕਦੇ ਕਿਸੇ ਨੂੰ ਗਲਤ ਨਜ਼ਰ ਨਾਲ ਨਾ ਦੇਖੋ, ਕਿਸੇ ਦੀ ਨਿੰਦਿਆ ਨਾ ਕਰੋ, ਨਫ਼ਰਤ ਨਾ ਕਰੋ। ਨਫ਼ਰਤ ਹੈ ਜਿਹੜੀ ਮਨਾਂ ਵਿੱਚ ਕੀ ਕਰ ਦਿੰਦੀ ਹੈ, ਦੂਰੀ ਪੈਦਾ ਕਰ ਦਿੰਦੀ ਹੈ, ਪਾੜ ਪਾਉਂਦੀ ਹੈ, ਮਤਲਬ ਦੂਰੀ ਪੈਦਾ ਕਰਨੀ ਹੈ। ਉਸ ਤੋਂ ਬਾਅਦ ਫਿਰ ਮਾਸੀ ਬੱਚਿਆਂ ਨੂੰ ਕਹਿੰਦੀ ਹੈ ਕਿ ਹੁਣ ਪੜ੍ਹ ਲਿਖ ਕੇ ਵੱਡੇ ਵਧੀਆ ਕਮਾਲ ਕਰੋ ਅਤੇ ਗਰੀਬਾਂ ਦੀ ਮਦਦ ਕਰੋ। ਬੱਚੇ ਇਸ ਪਾਠ ਤੋਂ ਵੀ ਸਾਨੂੰ ਇਹ ਸਿੱਖਿਆ ਮਿਲਦੀ ਹੈ। ਦੇਖੋ ਇਹ ਤਾਂ ਇੱਕ ਕਹਾਣੀ ਦੱਸੀ ਹੋਈ ਹੈ ਕਿ ਕਿਸ ਤਰ੍ਹਾਂ ਇੱਕ ਮਾਸੀ ਹੈ ਜਿਹੜੀ ਉਹ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦੀ ਹੈ ਕਿ ਜ਼ਿੰਦਗੀ ਦਾ ਜਿਹੜਾ ਗਰੀਬਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਅਤੇ ਆਪਾਂ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਬਲਕਿ ਉਹਨਾਂ ਦੀ ਮਦਦ ਕਰਨੀ ਚਾਹੀਦੀ। ਇਸ ਪਾਠ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ। ਬੱਚੇ ਇਹ ਤਾਂ ਅਸੀਂ ਪਾਠ ਦੇ ਬਾਰੇ, ਅੱਗੋਂ ਆ ਗਿਆ ਉਹਦੇ ਨਾਲ ਰਿਲੇਟਿਡ ਅਭਿਆਸ। ਸਭ ਤੋਂ ਪਹਿਲਾਂ ਆ ਗਏ ਬਹੁ ਵਿਕਲਪੀ ਪ੍ਰਸ਼ਨ। ਫਸਟ ਪ੍ਰਸ਼ਨ ਹੈ, ਹਰਸ਼ ਮਾਸੀ ਬੱਚਿਆਂ ਨੂੰ ਖਾਣਾ ਖਵਾਉਣ ਲਈ ਕਿੱਥੇ ਲੈ ਕੇ ਆਈ? ਕਿੱਥੇ ਲੈ ਕੇ ਗਈ ਸੀ? ਢਾਬੇ 'ਤੇ। ਹਰਸ਼ ਮਾਸੀ ਨੂੰ ਢਾਬੇ ਵਿੱਚ ਕੰਮ ਕਰਦੇ ਬੱਚਿਆਂ ਨੂੰ ਕੀ ਕਹਿ ਕੇ ਬੁਲਾਇਆ? ਬੇਟਾ। ਅਖਤਰ ਦੀ ਮਾਂ ਕੀ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ? ਲੋਕਾਂ ਦੇ ਭਾਂਡੇ ਮਾਂਜ ਕੇ। ਅਖਤਰ ਦੇ ਪਿਤਾ ਜੀ ਕਿਵੇਂ ਮਰੇ ਸਨ? ਸ਼ਰਾਬ ਪੀ ਕੇ। ਅਗਲਾ ਹੈ, ਗੁਰਪਾਲ ਸਿੰਘ ਨੇ ਅਖਤਰ ਨੂੰ ਟਿਪ ਵਜੋਂ ਕਿੰਨੇ ਰੁਪਏ ਦਿੱਤੇ? ਕਿੰਨੇ ਰੁਪਏ ਦਿੱਤੇ ਸਨ? 200 ਰੁਪਏ। ਸਾਰੇ ਜਣੇ ਉਸ ਢਾਬੇ 'ਤੇ ਕਿਵੇਂ ਉੱਠੇ? ਭਰੇ ਗਲੇ ਨਾਲ। ਅੱਗੇ ਬੱਚੇ ਖਾਲੀ ਥਾਵਾਂ। ਸਭ ਤੋਂ ਪਹਿਲਾਂ ਬੱਚੇ ਮੂੰਹ ਡੈਸ਼ ਕੇ ਬੈਠ ਗਏ, ਲਟਕਾ ਕੇ। ਕਿਉਂ ਲਟਕਾ ਕੇ ਬੈਠ ਗਏ ਸਨ? ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਅੱਜ ਹੋਟਲ ਦੀ ਬਜਾਏ ਆਪਾਂ ਢਾਬੇ 'ਤੇ ਚੱਲਾਂਗੇ। ਬੱਚੇ ਡੈਸ਼ ਜਿਹੇ ਮਨ ਨਾਲ ਤੁਰ ਪਏ, ਅਣਮਨੇ ਮਤਲਬ ਉਹਨਾਂ ਦਾ ਮਨ ਤਾਂ ਨਹੀਂ ਕਰਦਾ ਸੀ, ਪਰ ਫਿਰ ਵੀ ਉਹ ਚਲੇ ਗਏ। ਅਖਤਰ ਬੜੇ ਡੈਸ਼ ਭਰੇ ਭਾਵ ਨਾਲ ਬੋਲਿਆ, ਪਿਆਰ ਭਰੇ ਭਾਵ ਨਾਲ ਬੋਲਿਆ, ਸਾਨੂੰ ਡੈਸ਼ ਬੱਚਿਆਂ ਦੀ ਮਦਦ ਕਰਨੀ ਸਿੱਖਣੀ ਚਾਹੀਦੀ ਹੈ, ਸਾਨੂੰ ਗਰੀਬ ਬੱਚਿਆਂ ਦੀ ਮਦਦ ਕਰਨੀ ਸਿੱਖਣੀ ਚਾਹੀਦੀ ਹੈ। ਅਖਤਰ ਦਾ ਪਿਓ ਡੈਸ਼ ਪੀ ਕੇ ਮਰਿਆ ਸੀ, ਸ਼ਰਾਬ ਪੀ ਕੇ। ਕਿਸੇ ਦਾ ਡੈਸ਼ ਕਰਨ ਨਾਲ ਰਿਸ਼ਤੇ ਟੁੱਟਦੇ ਹਨ। ਤਿਰਸਕਾਰ ਹੁੰਦਾ ਨਫ਼ਰਤ, ਕਿ ਜੇ ਆਪਾਂ ਕਿਸੇ ਨਾਲ ਨਫ਼ਰਤ ਕਰਦੇ ਹਾਂ ਤਾਂ ਆਪਣੇ ਜਿਹੜੇ ਰਿਸ਼ਤੇ ਆ ਉਹ ਟੁੱਟ ਜਾਂਦੇ ਹਨ। ਅੱਗੇ ਆ ਗਿਆ ਵਿਆਕਰਨ ਨਾਲ ਸੰਬੰਧੀ ਜਿਹੜੇ ਬਹੁ ਵਿਕਲਪੀ ਪ੍ਰਸ਼ਨ ਹੈ। ਦੇਖੋ ਬੱਚੇ, ਬੋਲੀ ਵਾਲਾ ਜਿਹੜਾ ਚੈਪਟਰ ਹੈ, ਬੋਲੀ ਜਾਂ ਭਾਸ਼ਾ, ਤੁਸੀਂ ਆਲਰੇਡੀ ਵਿਆਕਰਨ ਵਿੱਚ ਪਹਿਲਾਂ ਪਾਠ ਕੀਤਾ ਸੀ, ਉਹਦੇ ਨਾਲ ਹੀ ਰਿਲੇਟਿਡ ਜਿਹੜੇ ਪ੍ਰਸ਼ਨ ਹੈ ਉਹਨਾਂ ਦੇ ਆਨਸਰ ਦੇਖੋ। ਮਲਵਈ ਭਾਸ਼ਾ ਦੇ ਜ਼ਿਲ੍ਹੇ ਕਿਹੜੇ ਹਨ? ਬਠਿੰਡਾ ਅਤੇ ਫਿਰੋਜ਼ਪੁਰ। ਲਿਖਤੀ ਭਾਸ਼ਾ ਕਿਹੋ ਜਿਹੀ ਭਾਸ਼ਾ ਹੁੰਦੀ ਹੈ? ਸ਼ੁੱਧ ਅਤੇ ਮਿਆਰੀ। ਪਾਕਿਸਤਾਨ ਵਿੱਚੋਂ ਕਿਹੜੀਆਂ ਉਪ ਭਾਸ਼ਾਵਾਂ ਪ੍ਰਚਲਿਤ ਹਨ? ਮੁਲਤਾਨੀ ਅਤੇ ਪੋਠੋਹਾਰੀ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? 22।
ਮਹਾਰਾਸ਼ਟਰ ਵਿੱਚ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? ਮਰਾਠੀ। ਅੱਗੇ ਬੱਚਾ ਆ ਗਿਆ ਵਾਕਾਂ ਦੀ ਵਚਨ ਬਦਲੀ ਕਰਕੇ ਲਿਖੋ। ਫਸਟ ਆਲਰੇਡੀ ਤੁਹਾਨੂੰ ਦਿੱਤਾ ਹੋਇਆ, ਉਸ ਦੀ ਮਾਸੀ ਬੜੀ ਚੰਗੀ ਹੈ। ਇਹਦੇ ਵਿੱਚ ਹੁਣ ਮਾਸੀ ਦਾ ਵਚਨ ਬਣਾਉਣਾ ਹੈ। ਉਹਨਾਂ ਦੀਆਂ, ਹੁਣ ਉਸ ਦੀ ਜਗ੍ਹਾ 'ਤੇ ਉਹਨਾਂ ਦੀ ਹੈ, ਕਿਉਂਕਿ ਜ਼ਿਆਦਾ ਹੋ ਗਈਆਂ ਮਾਸੀਆਂ ਤਾਂ ਉਹਨਾਂ ਦੀਆਂ ਮਾਸੀਆਂ ਬੜੀਆਂ ਚੰਗੀਆਂ ਹਨ। ਬੱਚਾ ਰੋ ਰੋ ਕੇ ਕਮਲਾ ਹੋ ਗਿਆ। ਹੁਣ ਬੱਚਾ ਦੀ ਜਗ੍ਹਾ 'ਤੇ ਆ ਗਿਆ ਬੱਚੇ ਰੋ ਰੋ ਕੇ ਕਮਲੇ ਹੋ ਗਏ। ਉਸ ਦੀ ਕਿਤਾਬ ਫਟ ਗਈ। ਉਹਨਾਂ ਦੀਆਂ ਕਿਤਾਬਾਂ ਫਟ ਗਈਆਂ ਹਨ। ਕਿੱਥੇ ਦਾ ਇੱਕ ਕਿਤਾਬ ਸੀ, ਹੁਣ ਆਪਾਂ ਜ਼ਿਆਦਾ ਕਿਤਾਬਾਂ ਨੇ, ਉਹਨਾਂ ਦੀਆਂ ਕਿਤਾਬਾਂ ਫਟ ਗਈਆਂ। ਬੱਚੇ ਦੇ ਮਾਸੜ ਨੇ ਗਾਣਾ ਸੁਣਾਇਆ। ਬੱਚਿਆਂ ਦੇ ਮਾਸੜਾਂ ਨੇ ਗਾਣੇ ਸੁਣਾਏ। ਹੁਣ ਬੱਚੇ ਜ਼ਿਆਦਾ ਹੋ ਗਏ। ਬੱਚੇ ਤਾਂ ਨਹੀਂ ਕਹਿ ਸਕਦੇ ਨਾ, ਬੱਚੇ ਦੇ ਮਾਸੜਾਂ ਨੇ, ਬੱਚਿਆਂ ਦੇ ਮਾਸੜਾਂ ਨੇ ਗਾਣੇ ਸੁਣਾਏ। ਮਾਸੜ ਦਾ ਮਾਸੜਾ। ਉਸ ਦੀ ਮਾਂ ਰੋਟੀ ਪਕਾ ਰਹੀ ਸੀ। ਉਹਨਾਂ ਦੀਆਂ ਮਾਵਾਂ ਰੋਟੀਆਂ ਪਕਾ ਰਹੀਆਂ ਸਨ। ਕਿਉਂਕਿ ਜਦੋਂ ਜ਼ਿਆਦਾ ਆ ਗਿਆ ਤਾਂ ਮਾਵਾਂ ਆ ਗਿਆ, ਮਾਂ ਦਾ, ਉਸ ਦੀ ਜਗ੍ਹਾ 'ਤੇ ਉਹਨਾਂ ਦਾ ਆ ਗਿਆ। ਉਹ ਮੁੰਡਾ ਜ਼ਿਆਦਾ ਹੀ ਭਾਵੁਕ ਹੋ ਗਿਆ। ਉਹ ਮੁੰਡਾ ਦਾ ਕੀ ਆ ਜੂ, ਮੁੰਡੇ ਜ਼ਿਆਦਾ ਹੀ ਭਾਵੁਕ ਹੋ ਗਏ। ਉਸ ਦੀ ਅੱਖ ਵਿੱਚੋਂ ਹੰਝੂ ਆ ਗਏ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਸੀ ਬੱਚੇ ਬੁੱਕ ਵਰਕ। ਅੱਗੇ ਆ ਗਏ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਬੱਚੇ, ਹਰਸ਼ ਮਾਸੀ ਬੱਚਿਆਂ ਨੂੰ ਢਾਬੇ 'ਤੇ ਰੋਟੀ ਖਵਾਉਣ ਲਈ ਕਿਉਂ ਲਿਜਾਣਾ ਚਾਹੁੰਦੀ ਸੀ? ਗਰੀਬਾਂ ਦੀ ਜ਼ਿੰਦਗੀ ਬੜੀ ਔਖੀ ਲੰਘਦੀ ਹੈ। ਇਹ ਦਿਖਾਉਣ ਲਈ ਮਾਸੀ ਬੱਚਿਆਂ ਨੂੰ ਢਾਬੇ 'ਤੇ ਰੋਟੀ ਖਵਾਉਣ ਲਈ ਲਿਜਾਣਾ ਚਾਹੁੰਦੀ ਸੀ। ਨਾਨੂ ਹਰਸ਼ ਮਾਸੀ ਨਾਲ ਬੁੱਲ੍ਹ ਟੇਰ ਕੇ ਗੱਲ ਕਿਉਂ ਕਰਦਾ ਹੈ? ਜਦੋਂ ਮਾਸੀ ਢਾਬੇ 'ਤੇ ਆਰਡਰ ਲੈਣ ਵਾਲੇ ਆਏ ਬੱਚੇ ਨੂੰ ਬੇਟਾ ਕਹਿ ਕੇ ਬੁਲਾਉਂਦੀ ਹੈ ਤਾਂ ਉਦੋਂ ਨਾਨੂ ਹਰਸ਼ ਮਾਸੀ ਨੂੰ ਬੁੱਲ੍ਹ ਟੇਰ ਕੇ ਗੱਲ ਕਰਦਾ ਹੈ। ਅਖਤਰ ਦੇ ਘਰ ਵਿੱਚ ਹੋਰ ਕੌਣ ਕੌਣ ਰਹਿੰਦਾ ਸੀ? ਉਸ ਦੀ ਮਾਂ ਤੇ 2 ਭੈਣਾਂ ਰਹਿੰਦੀਆਂ ਸਨ। ਬੱਚੇ ਅਖਤਰ ਨੂੰ ਘਰ ਲਿਜਾ ਕੇ ਕੀ ਕਰਨਾ ਚਾਹੁੰਦੇ ਸਨ? ਬੱਚੇ ਅਖਤਰ ਨੂੰ ਘਰ ਲਿਜਾ ਕੇ ਖਿਡੌਣੇ ਤੇ ਪਿਛਲੀ ਕਲਾਸ ਦੀਆਂ ਕਿਤਾਬਾਂ ਦੇਣਾ ਚਾਹੁੰਦੇ ਸਨ। ਅਖਤਰ ਬੱਚਿਆਂ ਦੇ ਕਹਿਣ 'ਤੇ ਰੋਟੀ ਕਿਉਂ ਨਹੀਂ ਖਾਂਦਾ? ਕਿਉਂਕਿ ਜੇ ਰੋਟੀ ਖਾਂਦਾ ਤਾਂ ਉਸਨੇ ਮਾਲਕ ਨੇ ਉਸਨੂੰ ਰੋਟੀ ਖਾਂਦੇ ਦੇਖ ਲਿਆ ਤਾਂ ਉਸ ਨੂੰ ਕੁੱਟੇਗਾ, ਇਸ ਕਰਕੇ ਉਹ ਰੋਟੀ ਨਹੀਂ ਖਾਣਾ ਚਾਹੁੰਦਾ ਸੀ। ਗੁਰਪਾਲ ਮਾਸੜ ਅਖਤਰ ਨੂੰ 200 ਰੁਪਏ ਟਿਪ ਵਜੋਂ ਕੀ ਕਹਿ ਕੇ ਦਿੰਦੇ ਹਨ? ਇਹਨਾਂ ਰੁਪਇਆਂ ਨੂੰ ਵੱਖ ਰੱਖ ਲੈ, ਇਹ ਟਿਪ ਤੇਰੀ ਟਿਪ ਹੈ, ਬਾਕੀ ਬਿੱਲ ਵਾਲੇ ਪੈਸੇ ਆਪਣੇ ਮਾਲਕ ਨੂੰ ਦੇ ਦੇ। ਅਖਤਰ ਨੇ ਬੱਚਿਆਂ ਕੋਲ ਪੈਸੇ ਕੀ ਕਹਿੰਦੇ ਹੋਏ ਫੜੇ? ਗਰੀਬੀ ਨੇ ਇੰਨਾ ਨਹੀਂ ਰੁਲਾਇਆ, ਪਰ ਅੱਜ ਤੁਹਾਡੇ ਪਿਆਰ ਨੇ ਰੁਆ ਦਿੱਤਾ। ਹਰਸ਼ ਮਾਸੀ ਅਨੁਸਾਰ ਰਿਸ਼ਤੇ ਕਿਵੇਂ ਬਣਦੇ ਹਨ? ਰਿਸ਼ਤੇ ਪਿਆਰ ਨਾਲ ਗੰਢੋ ਮਤਲਬ ਬਣਾਓ। ਤਿਰਸਕਾਰ ਤਾਂ ਸਿਰਫ ਮਨਾਂ ਵਿੱਚ ਪਾੜ ਪਾਉਂਦਾ ਹੈ। ਅੱਗੇ 4-5 ਸਤਰਾਂ ਵਿੱਚ ਪ੍ਰਸ਼ਨ ਉੱਤਰ। ਹਰਸ਼ ਮਾਸੀ ਬੱਚਿਆਂ ਨੂੰ ਕਿੱਥੇ ਲਿਜਾਣਾ ਚਾਹੁੰਦੀ ਸੀ ਤੇ ਕਿਉਂ ਲਿਜਾਣਾ ਚਾਹੁੰਦੀ ਸੀ? ਹਰਸ਼ ਮਾਸੀ ਬੱਚਿਆਂ ਨੂੰ ਢਾਬੇ 'ਤੇ ਰੋਟੀ ਖਵਾਉਣ ਲਈ ਲਿਜਾਣਾ ਚਾਹੁੰਦੀ ਸੀ ਤਾਂ ਜੋ ਬੱਚੇ ਗਰੀਬ ਬੱਚਿਆਂ ਬਾਰੇ ਜਾਣ ਕੇ ਉਹਨਾਂ ਦੀ ਮਦਦ ਕਰਨੀ ਸਿੱਖ ਜਾਣ। ਅਖਤਰ ਨੇ ਉਹਨਾਂ ਨੂੰ ਆਪਣੇ ਪਰਿਵਾਰ ਬਾਰੇ ਕੀ ਦੱਸਿਆ? ਉਸਨੇ ਦੱਸਿਆ ਕਿ ਮੇਰੀਆਂ 2 ਭੈਣਾਂ ਹਨ, ਮਾਂ ਭਾਂਡੇ ਮਾਂਜਦੀ ਹੈ, ਪਿਓ ਸ਼ਰਾਬ ਪੀ ਕੇ ਮਰ ਗਿਆ, ਮੇਰੇ ਸਿਰ 'ਤੇ ਬੜੀ ਜ਼ਿੰਮੇਵਾਰੀ ਹੈ। ਅਖਤਰ ਨੇ ਕੀ ਕਹਿ ਕੇ ਬੱਚਿਆਂ ਦੇ ਕਹਿਣ 'ਤੇ ਰੋਟੀ ਨਹੀਂ ਖਾਧੀ? ਜੇ ਮਾਲਕ ਨੇ ਮੈਨੂੰ ਰੋਟੀ ਖਾਂਦੇ ਵੇਖ ਲਿਆ ਤਾਂ ਉਹ ਪਾਸੇ ਸੇਕ ਦੇਵੇਗਾ। ਪਾਸੇ ਸੇਕਣਾ ਮਤਲਬ ਮਾਰ ਦੇਵੇਗਾ। ਰਾਤੀ 11 ਵਜੇ ਭਾਂਡੇ ਧੋਣ ਤੋਂ ਬਾਅਦ ਹੀ ਰੋਟੀ ਖਾਵਾਂਗਾ। ਅਖਤਰ ਨੇ ਉਹਨਾਂ ਬੱਚਿਆਂ ਦੇ ਪਿਆਰ ਦਾ ਕੀ ਅਸਰ ਹੋਇਆ? ਅਖਤਰ ਕਹਿਣ ਲੱਗਿਆ, ਗਰੀਬੀ ਨੇ ਇੰਨਾ ਨਹੀਂ ਰੁਲਾਇਆ, ਪਿਓ ਦੀ ਮੌਤ 'ਤੇ ਵੀ ਮੈਂ ਇੰਨਾ ਨਹੀਂ ਰੋਇਆ, ਪਰ ਅੱਜ ਤੁਹਾਡੇ ਪਿਆਰ ਨੇ ਮੈਨੂੰ ਰੁਆ ਦਿੱਤਾ। ਮੈਂ ਜ਼ਿੰਦਗੀ ਭਰ ਤੁਹਾਨੂੰ ਭੁਲਾ ਨਹੀਂ ਸਕਾਂਗਾ। ਪਰਮਾਤਮਾ ਤੁਹਾਡਾ ਸਭ ਦਾ ਭਲਾ ਕਰੇ। ਅੱਗੇ ਆ ਗਿਆ ਬੱਚਿਆਂ ਨੂੰ ਢਾਬੇ 'ਤੇ ਜਾ ਕੇ ਜੋ ਮਹਿਸੂਸ ਹੋਇਆ ਆਪਣੇ ਸ਼ਬਦਾਂ 'ਚ ਲਿਖੋ। ਇਹ ਤਾਂ ਬੱਚੇ ਤੁਸੀਂ ਜੇ ਸਟੋਰੀ ਧਿਆਨ ਨਾਲ ਸੁਣੀ ਹੈ ਤਾਂ ਉਸ ਦੇ ਅਕੋਰਡਿੰਗ ਵੀ ਦੱਸ ਸਕਦੇ ਹੋ ਕਿ ਬੱਚਿਆਂ ਨੂੰ ਕੀ ਮਹਿਸੂਸ ਹੋਇਆ ਅਤੇ ਤੁਹਾਨੂੰ ਕੀ ਮਹਿਸੂਸ ਹੋਇਆ, ਉਹ ਵੀ ਤੁਸੀਂ ਇਹਦੇ 'ਚ ਲਿਖ ਸਕਦੇ ਹੋ। ਸਾਰੇ ਬੱਚਿਆਂ ਨੇ ਅੱਜ ਇੱਕ ਨਵਾਂ ਸਬਕ ਸਿੱਖਿਆ ਸੀ। ਅੱਜ ਤੋਂ ਬਾਅਦ ਕਦੇ ਗਰੀਬ ਤੇ ਪਾਟੇ ਹੋਏ ਕੱਪੜੇ ਬੰਦੇ ਨੂੰ ਗੰਦਾ ਨਹੀਂ ਕਹਾਂਗੇ। ਅੱਗੇ ਤੋਂ ਹਰ ਲੋੜਵੰਦ ਦੀ ਮਦਦ ਕਰਿਆ ਕਰਾਂਗੇ। ਅਖਤਰ ਕਿਹੋ ਜਿਹਾ ਬੱਚਾ ਸੀ? ਉਹ ਢਾਬੇ 'ਤੇ ਨੌਕਰੀ ਕਿਉਂ ਕਰਦਾ ਸੀ? ਅਖਤਰ ਇੱਕ ਛੋਟਾ ਜਿਹਾ ਬੱਚਾ ਹੈ। ਉਸਦੇ ਘਰ ਦੀਆਂ ਉਸਦੀਆਂ 2 ਭੈਣਾਂ, ਮਾਂ ਭਾਂਡੇ ਮਾਂਜਦੀ ਹੈ, ਪਿਓ ਸ਼ਰਾਬ ਪੀ ਕੇ ਮਰ ਗਿਆ, ਉਸਦੇ ਸਿਰ 'ਤੇ ਬੜੀ ਜ਼ਿੰਮੇਵਾਰੀ ਹੈ, ਇਸ ਲਈ ਉਹ ਢਾਬੇ 'ਤੇ ਨੌਕਰੀ ਕਰਦਾ ਹੈ। ਅੱਗੇ ਆ ਗਿਆ ਵਾਕਾਂ ਵਿੱਚ ਵਰਤੋ। ਚਹਿਕਣਾ। ਵਾਕਾਂ 'ਚ ਵਰਤੋ ਤੁਸੀਂ ਕੋਈ ਵੀ ਲਿਖ ਸਕਦੇ ਹੋ, ਪਰ ਨੋਟਬੁੱਕ ਦੇ ਉੱਤੇ ਇਹ ਵਾਲੇ ਲਿਖਣੇ ਜਿਹੜੇ ਤੁਹਾਨੂੰ ਲਿਖਵਾਏ ਜਾ ਰਹੇ ਨੇ। ਚਹਿਕਣਾ, ਹੋਟਲ ਵਿੱਚ ਖਾਣੇ ਦਾ
ਸੁਣ ਕੇ ਸਾਰੇ ਬੱਚੇ ਚਹਿਕ ਗਏ। ਲਹਿਜਾ, ਸੋਨੂੰ ਬੜੇ ਪਿਆਰ ਭਰੇ ਲਹਿਜੇ ਨਾਲ ਬੋਲਿਆ, ਸੌਗਾਤ, ਮਾਮਾ ਜੀ ਨੇ ਮੈਨੂੰ ਬਹੁਤ ਵਧੀਆ ਸੌਗਾਤ ਦਿੱਤੀ। ਲੋੜਵੰਦ, ਅਖਤਰ ਲੋੜਵੰਦ ਬੱਚਾ ਸੀ। ਤਿਰਸਕਾਰ, ਸਾਨੂੰ ਗਰੀਬਾਂ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ। ਅੱਗੇ ਮੁਹਾਵਰੇ। ਮੂੰਹ ਲਟਕਾਉਣਾ। ਮੂੰਹ ਲਟਕਾਉਣਾ ਦਾ ਅਰਥ ਹੁੰਦਾ ਹੈ ਨਿਰਾਸ਼ ਹੋਣਾ। ਇਹ ਵੀ ਤੁਸੀਂ ਵਾਕ ਹੈ ਜਿਹੜੇ ਆਪਦੇ ਅਕੋਰਡਿੰਗ ਬਣਾ ਸਕਦੇ ਹੋ। ਅਰਥ ਪਰ ਉਹਦੇ ਵਿੱਚ ਉਹੀ ਹੁੰਦਾ, ਸਮਝ ਆਉਣਾ ਚਾਹੀਦਾ। ਮੋਬਾਈਲ ਨਾ ਮਿਲਣ 'ਤੇ ਬੱਚੇ ਦਾ ਮੂੰਹ ਲਟਕ ਗਿਆ। ਬੁੱਲ ਟੇਰਨਾ, ਗੁੱਸੇ ਹੋਣਾ। ਹਰਸ਼ ਦੀ ਮਾਸੀ ਜਦੋਂ ਗਰੀਬ ਬੱਚੇ ਨੂੰ ਬੇਟਾ ਕਹਿੰਦੀ ਹੈ ਤਾਂ ਉਹ ਬੁੱਲ ਟੇਰਨ ਲੱਗ ਪਿਆ। ਅੱਖਾਂ ਵਿੱਚ ਚਮਕ ਆ ਜਾਣੀ, ਖੁਸ਼ੀ 'ਚ ਆ ਜਾਣੀ। ਮੰਮੀ ਦੇ ਤੋਹਫਾ ਦੇਣ 'ਤੇ ਬੱਚੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਗਲ ਭਰ ਆਉਣਾ, ਅੱਥਰੂ ਆ ਜਾਣੇ। ਪੁੱਤਰ ਦੇ ਵਿਦੇਸ਼ ਜਾਣ ਦੀ ਖਬਰ ਸੁਣ ਕੇ ਮਾਂ ਦਾ ਗਲ ਭਰ ਆਇਆ। ਅੱਖਾਂ ਭਰ ਆਉਣੀਆਂ, ਰੋਣਾ। ਮਾਂ ਦੀ ਮੌਤ ਦੀ ਖਬਰ ਸੁਣ ਕੇ ਉਸਦੀਆਂ ਅੱਖਾਂ ਭਰ ਆਈਆਂ। ਪਾਸੇ ਸੇਕਣਾ, ਕੁੱਟਣਾ। ਮੇਰੀ ਗਲਤੀ ਤੇ ਮੇਰੇ ਪਿਤਾ ਜੀ ਨੇ ਮੇਰੇ ਪਾਸੇ ਸੇਕ ਦਿੱਤੇ। ਸਿਰ ਪਲੋਸਣਾ, ਪਿਆਰ ਕਰਨਾ। ਮਾਂ ਨੇ ਧੀ ਦਾ ਸਿਰ ਪਲੋਸਿਆ। ਪਾੜ ਪਾਉਣਾ, ਤੋੜਨਾ। ਤਿਰਸਕਾਰ ਸਿਰਫ ਮਨਾਂ ਵਿੱਚ ਪਾੜ ਪਾਉਂਦਾ ਹੈ। ਇਹ ਸੀ ਬੱਚੇ ਪ੍ਰਸ਼ਨ ਉੱਤਰ, ਵਾਕਾਂ 'ਚ ਵਰਤੋਂ ਤੇ ਮੁਹਾਵਰੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਹ ਪਾਠ ਹੈ ਪੂਰਾ ਸਮਝ ਆ ਗਿਆ ਹੋਵੇਗਾ। ਧੰਨਵਾਦ।